परम सत्कारयोग सतगुरां दी साजी निवाजी गुरु रूप प्यारी गुरु सवारी साध संगत जी। आप सारियां संगतां नितनेम कर्म अनुसार गुरु दरबार दियां हाजरियां भर के जीवन ਦੇ जो अहम पल ने ਉਹਨਾਂ ਨੂੰ ਸਫਲਿਆਂ ਬਣਾਉਣ ਦੇ ਯਤਨ ਕਰਦੇ ਹਾਂ। ਮਨੁੱਖ ਦਾ ਸਫਲਾ ਆਇਆ ਉਸੇ ਦਾ ਮੰਨਿਆ ਹੈ ਜਿਨ੍ਹਾਂ ਨੇ ਇਸ ਜੀਵਨ ਦੀ ਯਾਤਰਾ ਦੌਰਾਨ ਆਪਣਾ ਸਾਰੇ ਦਾ ਸਾਰਾ ਜੀਵਨ गुरु दे लेखे लाया ते गुरु दे हुक्म नूं मनदे होए भावें इसनूं अपना आप सब कुछ कुर्बान करना पिया, इन्हें गुरु दे उत्तों दी सब कुछ कुर्बान कीता है। गुरु का हुक्म है कि हमेशा ही परमात्मा का सिमरन करना है, हमेशा ही दीन की रखिया करनी है, गरीब की रखिया करनी है। साहिब श्री गुरु गोबिंद सिंह जी महाराज जियां दे नंदेड़ साहिब की धरती ते कीते हुए 52 हुक्म ने जिहड़े उन्हां हुक्मां दे अंदर मनुख अपनी किरत कमाई करे, वंड के छके, नाम जपे अते अत्यंत गरीब दी रखिया करे। किरत करनी, नाम जपना, वंड के छकना तकरीबन दुनिया दे विच हर कोई करदा है। गरीब की रखिया वास्ते उहदी जान बचाउण वास्ते कोई विरला वांझा खड़दा है, जां अपने धर्म वास्ते कुर्बान होण वास्ते कोई विरली देही हुंदी है जिहड़ी अपने धर्म उत्तों दी कुर्बान हुंदी है। ये महीना सिख जगत के अंदर तकरीबन 37-38 साल पहला ये वो महीना है जिस दे अंदर सिख जगत ने बड़ा संताप चलिया। ये जून का महीना 1 जून तो लैके 6 जून तक भाव 6 दिन धन संत जरनैल सिंह जी पिंडरां वाले महापुरख जिन्हां ने आज़ादी की गल कीती,
ਸੱਚ ਦੀ ਗੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ 'ਤੇ ਰਹਿੰਦਿਆਂ ਹੋਇਆਂ। ਔਰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਐਸੇ ਮਹਾਂਪੁਰਖ ਹੋਏ ਨੇ ਕਿ ਜਿਨ੍ਹਾਂ ਦੇ ਕੋਲ ਕੋਈ ਵੀ ਬੰਦਾ ਕਿਸੇ ਵੀ ਪ੍ਰਕਾਰ ਦਾ ਸਵਾਲ ਲੈ ਕੇ ਜਾਂਦਾ ਸੀ ਤੇ ਉਹਨਾਂ ਦੇ ਕੋਲ ਇੰਨਾ ਬ੍ਰਹਮ ਦਾ ਗਿਆਨ ਛੁਪਿਆ ਹੋਇਆ ਸੀ ਕਿ ਹਰ ਇੱਕ ਸਵਾਲ ਦਾ ਜਵਾਬ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਨੁੱਖਤਾ ਦੀ ਝੋਲੀ ਵਿੱਚ ਪਾ ਦਿੰਦੇ ਸੀ। ਕਿਉਂਕਿ ਦੁਨੀਆ 'ਤੇ ਸਵਾਲ ਅਕਸਰ ਸਵਾਲਾਂ ਦੇ ਨਾਲ ਸਾਰੀ ਦੁਨੀਆ ਭਰੀ ਪਈ ਹੈ। ਵੱਡੇ ਤੋਂ ਵੱਡਾ ਸਵਾਲ ਕਰਦੇ ਸਨ। ਨਿਰੰਤਰ ਜਿਹੜਾ ਸੀ ਲਗਾਤਾਰ ਉਹਨਾਂ ਨੇ ਗੁਰਬਾਣੀ ਪੜ੍ਹਨੀ ਤੇ ਉਹਨਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲ ਇੰਨੀ ਵਿੱਦਿਆ, ਇੰਨਾ ਉਹਨਾਂ ਦਾ ਤੇਜ ਪ੍ਰਕਾਸ਼ ਸੀ ਜਿਹੜਾ ਇਹ ਮੌਕੇ ਦੀਆਂ ਹਕੂਮਤਾਂ ਸਰਕਾਰਾਂ ਦੇ ਕੋਲ ਵੀ ਪਹੁੰਚ ਚੁੱਕਿਆ ਸੀ। ਤੇ ਕੁਝ ਲੋਕ ਮੌਕੇ ਦੀਆਂ ਸਰਕਾਰਾਂ ਦੇ ਬਿਲਕੁਲ ਕੰਨ ਭਰਨ 'ਤੇ ਲੱਗੇ ਹੋਏ ਸਨ, ਕਿਉਂਕਿ ਜਿਹੜੇ ਇਹ ਦੁਨੀਆ ਦੇ ਰਾਜੇ ਮਹਾਰਾਜੇ ਹੁੰਦੇ ਨੇ ਇਹ ਕੰਨਾਂ ਦੇ ਬਹੁਤੇ ਕੱਚੇ ਹੀ ਹੁੰਦੇ ਨੇ। ਭਾਰਤ ਦੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਹਦੇ ਕੋਲ ਸੰਤਾਂ ਪ੍ਰਤੀ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਕੰਨ ਭਰੇ ਗਏ ਸਨ। ਬੜਾ ਕੁਝ ਸੰਤਾਂ ਪ੍ਰਤੀ ਕਿਹਾ ਗਿਆ ਸੀ ਕਿ ਉਹਦੇ ਦੇ ਅੱਤਵਾਦੀ ਰਹਿੰਦੇ ਨੇ ਪੰਜਾਬ ਦੇ ਵਿੱਚ, ਹੋਰ ਬੜੇ ਸ਼ਬਦ ਸੀ ਜਿਹੜੇ ਵਰਤੇ ਗਏ। ਜਿਹਨੇ ਵੀ ਅੱਜ ਤੱਕ ਆਪਣੇ ਧਰਮ ਦਾ ਜਾਂ ਆਪਣਾ ਹੱਕ ਮੰਗਿਆ, ਸਰਕਾਰਾਂ ਹਮੇਸ਼ਾ ਹੀ ਉਹਨਾਂ ਨੂੰ ਅੱਤਵਾਦੀ ਕਹਿੰਦੀਆਂ ਨੇ। ਹਮੇਸ਼ਾ ਉਹਨਾਂ ਨੂੰ ਅੱਤਵਾਦ ਦਾ ਰੁਤਬਾ ਹੀ ਦਿੱਤਾ ਜਾਂਦਾ ਹੈ। ਬਹੁਤ ਗੱਲਾਂ ਸੁਣਨ ਦੇ ਬਾਵਜੂਦ 1 ਜੂਨ ਨੂੰ ਮੌਕੇ ਦੀ ਸਰਕਾਰਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਮਿਲਟਰੀ ਭੇਜਤੀ, ਕਿਉਂਕਿ ਹਰਿਮੰਦਰ ਸਾਹਿਬ ਦੇ ਵਿੱਚ ਸੰਤਾਂ ਕੋਲ ਜਥੇ ਦੇ ਸਿੰਘ ਅਤੇ ਹਥਿਆਰ ਸੀ ਜਿਹੜੇ ਉਹ ਰੱਖੇ ਹੋਏ ਸਨ। ਹਥਿਆਰ ਜਿਹੜਾ ਸ਼ਸਤਰ ਹੈ ਇਹ ਕਿਸੇ ਨੂੰ ਡਰਾਉਣ ਵਾਸਤੇ ਜਾਂ ਧਮਕਾਉਣ ਵਾਸਤੇ ਨਹੀਂ ਰੱਖਿਆ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਐਲਾਨੀਆਂ ਕਿਹਾ, ਸ਼ਾਸਤਰ ਵਿਨ ਸਿੰਘ ਭੇਡ ਸਮਾਨੰ। ਜਿਹਦੇ ਕੋਲੇ ਸ਼ਾਸਤਰ ਹੈ ਨਹੀਂ, ਹਥਿਆਰ ਹੈ ਨਹੀਂ, ਐਸੇ ਬੰਦੇ ਨੂੰ ਸਿੰਘ ਕਹਿਣ ਦੀ ਲੋੜ ਨਹੀਂ ਹੈ, ਭੇਡ ਦੇ ਸਮਾਨ ਹੀ ਹੈ ਸ਼ਾਸਤਰ ਤੋਂ ਬਿਨਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਐਲਾਨੀਆਂ ਵਚਨ ਕੀਤੇ ਨੇ ਕਿ ਸ਼ਾਸਤਰ ਤੁਸੀਂ ਆਪਣੇ ਕੋਲ ਰੱਖਣਾ, ਪਰ ਕਿਸੇ ਨੂੰ ਡਰਾਉਣ ਵਾਸਤੇ, ਕਿਸੇ ਨੂੰ ਧਮਕਾਉਣ ਵਾਸਤੇ ਨਹੀਂ। ਆਪਣੀ ਰੱਖਿਆ ਅਤੇ ਗਰੀਬ ਦੀ ਰੱਖਿਆ ਵਾਸਤੇ ਆਪਣੇ ਕੋਲ ਸ਼ਾਸਤਰ ਰੱਖਣੇ ਨੇ। ਆਪਣੀ ਰੱਖਿਆ ਕਰਨੀ ਹੈ ਤੇ ਆਪਣੇ ਤੋਂ ਕੋਈ ਗਰੀਬ ਹੈ ਉਹਦੀ ਰੱਖਿਆ ਕਰਨੀ ਹੈ। ਇਸ ਵਾਸਤੇ ਤੁਸੀਂ ਆਪਣੇ ਕੋਲ ਸ਼ਾਸਤਰ ਰੱਖਣੇ ਹੀ ਰੱਖਣੇ ਹਨ, ਕਿਉਂਕਿ ਇਹਨਾਂ ਸ਼ਾਸਤਰ ਦੇ ਵਿੱਚੋਂ ਹੀ ਸਿੰਘ ਦਾ ਜਨਮ ਹੁੰਦਾ ਹੈ। ਸਿੱਖ ਦਾ ਜਨਮ ਹੈ ਗੁਰੂ ਦੇ ਸ਼ਬਦ ਦੇ ਵਿੱਚੋਂ,
ਤੇ ਸਿੰਘ ਦਾ ਜਨਮ ਹੈ ਤਲਵਾਰ ਦੀ ਧਾਰ ਦੇ ਵਿੱਚੋਂ। ਗੁਰੂ ਦੇ ਸ਼ਬਦ ਦਾ ਲਗਾਤਾਰ ਰਟਣ ਲਾਈ ਰੱਖਿਆ, ਜਪਦਾ ਰਿਹਾ, ਸਿੱਖ ਦਾ ਜਨਮ ਹੋਵੇਗਾ। ਮਾਫ ਕਰਨਾ, ਸਿੱਖ ਦੇ ਘਰੇ ਜਨਮ ਲੈ ਕੇ ਕੋਈ ਬੱਚਾ ਸਿੱਖ ਨਹੀਂ ਹੁੰਦਾ, ਗੁਰੂ ਦੇ ਘਰੇ ਸਿੱਖ ਜਨਮ ਲੈਂਦਾ ਹੈ। ਗੁਰੂ ਦੇ ਸ਼ਬਦ ਦੇ ਵਿੱਚੋਂ ਸਿੱਖ ਦਾ ਜਨਮ ਹੈ ਅਤੇ ਸ਼ਾਸਤਰ ਦੇ ਵਿੱਚੋਂ ਸਿੰਘ ਦਾ ਜਨਮ ਹੈ। ਇਸੇ ਲਈ ਜਿਹੜੇ ਸ਼ਾਸਤਰ ਨੇ, ਇਹ ਜਿੱਥੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ, ਹਰ ਇੱਕ ਜਗ੍ਹਾ 'ਤੇ ਸ਼ਾਸਤਰ ਜਿਹੜੇ ਨੇ ਉਹ ਰੱਖੇ ਜਾਂਦੇ ਨੇ। ਇਸ ਵਾਸਤੇ ਨਹੀਂ ਰੱਖੇ ਜਾਂਦੇ ਨੇ ਕਿਸੇ ਨੂੰ ਡਰਾਉਣ ਵਾਸਤੇ, ਕਿਸੇ ਨੂੰ ਧਮਕਾਉਣ ਵਾਸਤੇ। ਐਲਾਨੀਆ ਜਿਹੜਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਸਿੱਖ ਬਣਦਾ, ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਰਹਿਤ ਦੇ ਅੰਦਰ ਵੀ ਇੱਕ ਸ਼ਾਸਤਰ ਬਖਸ਼ਿਆ ਹੈ, ਤਲਵਾਰ। ਰਹਿਤ ਜਿਹੜੀ ਹੈ ਇਹਦੇ ਅੰਦਰ ਇੱਕ ਸ਼ਾਸਤਰ ਬਖਸ਼ਿਆ, ਉਹ ਤਲਵਾਰ ਹੈ ਕਿ ਆਪਣੀ ਰੱਖਿਆ ਵਾਸਤੇ ਅਤੇ ਦੀਨ ਭਾਵ ਗਰੀਬ ਦੀ ਰੱਖਿਆ ਵਾਸਤੇ। ਤੇ ਸ਼ਾਸਤਰ ਤੁਸੀਂ ਰੱਖਣਾ ਹੀ ਰੱਖਣਾ ਹੈ। ਇੰਦਰਾ ਗਾਂਧੀ ਨੂੰ ਬੜਾ ਭੜਕਾਇਆ ਗਿਆ ਕਿ ਉਹਨਾਂ ਨੇ ਤੇ ਜੀ ਬਹੁਤ ਵੱਡੇ ਵੱਡੇ ਹਥਿਆਰ ਰੱਖੇ ਹੋਏ ਨੇ, ਬੜੀ ਉਹਨਾਂ ਨੇ ਆਪਣੇ ਕੋਲ ਫੌਜ ਤਿਆਰ ਕੀਤੀ ਹੋਈ ਹੈ, ਤੇ ਜੇ ਇਹਨਾਂ ਨੂੰ ਨਾ ਰੋਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਹੀ ਨਹੀਂ ਪਤਾ ਕਿ ਉਹਨਾਂ ਨੇ ਇਸ ਭਾਰਤ ਦੇ ਵਿੱਚ ਕੀ ਕਰਨਾ ਹੈ। ਇਹ ਬੜਾ ਕੁਛ ਭਾਰਤ ਸਰਕਾਰ ਨੂੰ ਸੀ ਜਿਹੜਾ ਗਲਤ ਤਰੀਕੇ ਦੇ ਨਾਲ ਅਟੈਂਡ ਕੀਤਾ ਗਿਆ। ਸੰਤ ਜਰਨੈਲ ਸਿੰਘ ਮਹਾਂਪੁਰਖ ਭਿੰਡਰਾਂ ਵਾਲੇ, ਐਸਾ ਉਹਨਾਂ ਦਾ ਜੀਵਨ ਨਹੀਂ ਸੀ ਕਿਸੇ ਨੂੰ ਡਰਾਉਣਾ, ਕਿਸੇ ਨੂੰ ਧਮਕਾਉਣਾ, ਐਸਾ ਜੀਵਨ ਬਿਲਕੁਲ ਵੀ ਨਹੀਂ ਸੀ। ਉਹ ਤੇ ਹਰ ਇੱਕ ਦੀ ਰੱਖਿਆ ਕਰਨ ਵਾਸਤੇ ਆਪਣੀ ਜ਼ਬਾਨ ਦੇ ਵਿੱਚੋਂ ਖੁਦ ਕਹਿੰਦੇ ਸਨ, ਕਹਿੰਦੇ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ, ਅਸੀਂ ਕਿਸੇ ਨੂੰ ਧਮਕਾਉਂਦੇ ਨਹੀਂ, ਹਾਂ ਜੇ ਕੋਈ ਸਾਡੇ ਉੱਪਰ ਚੜ੍ਹ ਕੇ ਆਊਗਾ ਫਿਰ ਅਸੀਂ ਵਾਪਸ ਮੁੜ ਨਹੀਂ ਦੇਣਾ। ਤੇ ਸਿੰਘ ਦਾ ਜੀਵਨ ਜਿਹੜਾ ਹੈ ਉਹ ਸਹੀ ਜੀਵਨ ਇਹੋ ਹੀ ਹੈ। ਬੜੇ ਜਦ ਉਹਨਾਂ ਨੇ ਕੰਨ ਭਰੇ ਗਏ ਤੇ ਮੌਕੇ ਦੀ ਸਰਕਾਰ ਨੇ 1 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀਆਂ ਫੌਜਾਂ ਸੀ ਜਿਹੜੀਆਂ ਉਹ ਭੇਜ ਦਿੱਤੀਆਂ ਸਨ। ਤੇ ਜਦੋਂ 1 ਜੂਨ ਨੂੰ ਫੌਜਾਂ ਆਈਆਂ ਨੇ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਥੇ ਦੇ ਵਿੱਚ ਸਨ ਜਰਨਲ ਸੁਬੇਗ ਸਿੰਘ, ਜਿਹੜੇ ਫੌਜ ਦੇ ਮੁਖੀ ਹੁੰਦੇ ਸਨ। ਪਰ ਕੁਝ ਅਰਸਾ ਪਹਿਲਾਂ ਇਹਨਾਂ ਨੂੰ ਫੌਜ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ, ਬਰਖਾਸਤ ਕਰ ਦਿੱਤਾ ਗਿਆ ਸੀ। ਸਿੱਖ ਜਗਤ ਦੇ ਅੰਦਰ ਜਰਨਲ ਸੁਬੇਗ ਸਿੰਘ ਐਸੇ ਜਰਨਲ ਸਨ ਜਿਨ੍ਹਾਂ ਨੇ ਬੰਗਲਾਦੇਸ਼ ਦੀ ਲੜਾਈ ਦੇ ਵਿੱਚ ਇਕੱਲਿਆਂ ਨੇ 90,000 ਫੌਜੀ ਦੇ ਹੱਥ ਖੜੇ ਕਰਵਾ ਦਿੱਤੇ ਸਨ। ਲੜਾਈ ਲੜੀ, ਲੜਦਿਆਂ 90,000 ਫੌਜੀ ਨੇ ਹਥਿਆਰ ਜਰਨਲ ਸੁਬੇਗ ਸਿੰਘ ਦੇ ਸਾਹਮਣੇ ਸਿੱਟ ਦਿੱਤੇ ਸਨ ਕਿ ਅਸੀਂ ਤੇਰੇ ਨਾਲ ਲੜ ਨਹੀਂ ਸਕਦੇ। ਤੋ ਇੱਥੋਂ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਜਰਨਲ ਸੁਬੇਗ ਸਿੰਘ ਸੀ ਜਿਹੜੇ, ਉਹਨਾਂ ਦਾ ਕੰਮ ਕਰਨਾ ਤੇ ਉਹਨਾਂ ਦਾ ਦਿਮਾਗ ਦਾ ਕੰਮ ਕਰਨਾ ਕਾਬਲੇ ਤਾਰੀਫ ਸੀ। ਵਰਨਾ 90,000 ਫੌਜੀ ਕਿਸੇ ਦੇ ਸਾਹਮਣੇ ਹਥਿਆਰ, ਸਿੱਖ ਇਤਿਹਾਸ ਦੇ ਵਿੱਚ, ਪੂਰੇ ਭਾਰਤ ਦੇ ਇਤਿਹਾਸ ਦੇ ਵਿੱਚ ਇੱਕੋ ਹੀ ਜਰਨਲ ਸੁਬੇਗ ਸਿੰਘ ਹੋਇਆ ਜਿਹਨੇ ਇਕੱਲੇ ਨੇ 90,000 ਫੌਜੀ ਦੇ ਹੱਥ ਖੜੇ ਕਰਵਾਏ ਸੀ। ਵਰਨਾ ਅੱਜ ਤੱਕ ਕੋਈ ਵੀ ਇਹੋ ਜਿਹਾ ਜਰਨਲ ਨਹੀਂ ਹੋਇਆ ਜਿਹਨੇ ਇੰਨੇ ਫੌਜੀਆਂ ਦੇ ਹਥਿਆਰ ਰੱਖੋਏ ਹੋਣ। ਇੱਕੋ ਜਰਨਲ ਸੁਬੇਗ ਸਿੰਘ। ਤੇ
कमाल की गल है, गजब की गल है कि ये साडे घर सिख धर्म के नाल संबंधित सी जनरल सवेग सिंह। जद एडी वड्डी फौज ने जनरल सवेग सिंह के सामने हथियार सुट दिते सन ते उतों फिर जनरल सवेग सिंह ते फौज दे विच ही काफ़ी जिहड़े सी दाग दोष लाए गए। ते जदों जनरल सवेग सिंह ते दाग दोष लाए गए फौज दे विचों ही दाग दोष लाए गए ते फिर जनरल सवेग सिंह नूं फौज दे विचों बर्खास्त कर दिता गया सी, क्योंकि कोई नहीं चाहता कि जद भी ये दाग दोष लगते हैं तो अपने ही लाउंदे ने, दूसरा कोई नहीं लाउंदा हुंदा। ते जनरल सवेग सिंह की एडी वड्डी चढ़ाई देख के हर एक तो जरिया नहीं गया सी कि इन्हें तो सारी दी सारी फौज के हथियार सुटा लेने, बर्खास्त कर दिते गए। तो जदों अपनी ही फौज ने इन्हां ते दाग दोष लाए तो फिर इन्हां जनरल सवेग सिंह नूं शरण मिली संत जरनैल सिंह भिंडरां वाले महापुरखों के कोल, क्योंकि संत जरनैल सिंह जी भिंडरां वाले महापुरख ऐसे सन, उन्हां दा जीवन इन्ना उच्चा ते सुच्चा उन्हां दा जीवन सी कि मौके की हुकूमत किसी भी जगह ते जाके गरीब दे नाल जिथे धक्का हुंदा उत्थे एक बारी महापुरखों का गरीब बंदा कोई नाम लै दिंदा ना ते बड़े बड़े अफसर हथ बन के खड़े हो जाते सी कि ऐ गरीब बंदे तू संतां दा नाम मेरे कोले लै लिया, मैं तेरा कारज कर देना, पर किरपा करके संत जरनैल सिंह भिंडरां वाले महापुरखों नूं ना जाके दसी कि मैं तेरे नाल धक्का करदा सी। ये नहीं है कि कली सिख कौम के नाल किसी दे नाल कोई धक्का नहीं, होर भी किसी कौम के बंदे दे नाल कोई धक्का नहीं कर सकता सी। संत जरनैल सिंह महापुरखों का एडा वड्डा नाम सी जिहड़ा वो चलदा सी। जद इन्ना उच्चा ते सुच्चा उन्हां दा जीवन सी, उन्हां दा नाम चलदा सी ते जनरल सवेग सिंह जी उन्हां दे जथे दे विच जा रहे, क्योंकि फौज दे विचों ते बर्खास्त कर दिते ते दिमाग इन्हां दा पूर्ण रूप दे विच सी, जिहड़ा बला तेज धरार दिमाग इन्हां दा चलदा सी। ते संत जरनैल सिंह जी भिंडरां वाले महापुरख जिस दिन उन्हां दे नाल पत्रकार पहले दिन 1 जून नूं इंटरव्यू करन जांदे ने, जिस दिन फौज हरमंदर साहिब दे विच दाखिल हुई है, ते उत्थे कुछ सवाल पत्रकारां ने संत जरनैल सिंह जी भिंडरां वालियां नूं महापुरखां नूं कीते ने कि संत जी, उन्हां दा पहला सवाल सी कि की तुसीं भारती हुकूमत दे नाल लड़ना चाहुंदे हो? संत जरनैल सिंह जी भिंडरां वाले महापुरख कहंदे नहीं, असी किसी दे उपर भी वादा नहीं करना चाहुंदे, हाँ जे कोई साडे घर दे विच आके साडे दे उत्ते वार करूगा फिर असी रुकांगे नहीं, फिर असी कदे रुकण वाले नहीं हैं। तो जनरल सवेग सिंह ने 1 तरीक तो ही तैयारी शुरू कर दी सी, क्योंकि फौज दे विच रहे सी, उन्होंने सारा पता सी, जिहड़े फौज दे गुप्त जिहड़े ढंग तरीके फौज अपनाउंदी सी उन्हां बारे भी जनरल सवेग सिंह नूं चंगी तरह पता सी कि फौज की कर सकती है। ते 1 तरीक नूं संत जरनैल सिंह जी भिंडरां वाले महापुरखां नूं जनरल सवेग सिंह ने जो कुछ फौज ने 5-6 दिनां दे विच करना सी सारा कुछ उन्होंने पहले ही दस दिता सी। ते फौज ने 1 दिन नूं उत्थे मोर्चाबंदी फौज कर दी है, 2 ते 3 तरीक नूं अते 4 तरीक नूं इन्हां ने हल्की हल्की गोलीबारी शुरू की है। जदों इन्हां ने हल्की कदे गोली चलाउंदे ने कदे नहीं चलाउंदे, कदे किधर गोली चलाउंदे ने कदे किधर गोली चलाउंदे ने, और हल्की गोलीबारी दे विच जनरल सवेग सिंह ने दस्सिया सी संत जरनैल सिंह जी भिंडरां वाले महापुरखां नूं कि महाराज संत जी ये फौज देखना चाहुंदी है
कि इन्हां ते थोड़ी गोलीबारी करके देखते हैं कि इस अंदर जिहड़े ने वो किन्ने क जथे दे सिंह ने अते किन्ने क इन्हां कोले हथियार ने ते किहड़े किहड़े इन्हां कोले हथियार ने। क्योंकि जब एक गोली चली तो अगाहां तो गोली नहीं आई तो वो गोली तो ही पता लगेगा कि अंदरों किहड़े हथियार दे नाल गोली चलाई गई है। ये ब्योंतबंदी रखी हुई सी उन्होंने फौजदार ने, ते उन्हां फौजदारां ने हल्की हल्की गोलीबारी की है। पर संत जरनैल सिंह जी भिंडरां वाले महापुरखों ने जथे वाले सिंघां नूं हुक्म कीता सी कि हजे तक गोली का जवाब नहीं देना, नहीं देना। कारण की है कि सिख जगत के अंदर पहला तो ये परंपरा, ये मर्यादा बनी हुई है कि जद भी कोई तुहाडे ते वार करदा है पहला वार उहनूं कर लैण दिओ, पहले तुसी आप नहीं वार करना। जदों वार करदा है तो फिर उहनूं तुसी वारी वारी समझाउण दे यतन करो, शायद हो सकदा है कि कोई समझ जावे। पैंदे खानू गुरु हरगोबिंद साहिब जी महाराज कहंदे ने, तू वार कर, तेरे मन विच ख्याल ना रह जे कि मैं पहला वार कर लैंदा। गुरु गोबिंद सिंह जी महाराज जंग लड़ते ने ते कहंदे ने कि भाई पहला तुसी वार कर लो ताकि तुहाडे मन विच रह ना जावे कि असी पहला वार कर लैंदे। पहला वार करना सिख दे परंपरा दे विच नहीं आया। दो तीन दिन हल्की गोलीबारी हुंदी रही। जरनल सुबेग सिंह दे कहण ते संत जरनैल सिंह जी भिंडरां वाले महापुरखों ने सिंघां नूं हुक्म कीता कि गोली नहीं चलाउणी, कि शायद हो सकता है कि ये समझ जाण, क्योंकि 1 तरीक नूं अमृतसर साहिब दे विच कलफू लग चुकिया सी ते जरनल सुबेग सिंह ने 1 तरीक नूं दस्सिया सी कि जे इस फौज ने जो कुछ भी करना है, जे इत्थों आपां हथियार छड्डदे हैं तो इन्हां ने सारे दा सारा अमृतसर शहर, नेड़े तेड़े दे सारे पिंड, गुरदासपुर इलाका, ये सारे दे सारे गुरुद्वारियां ते कब्जा भारती हुकूमत ने कर लेना। जरनल सुबेग सिंह ने यह सारी दी सारी ब्योंतबंदी, जिहड़ी ब्योंतबंदी फौज ने गुप्त तरीके दे नाल कीती है, जरनल सुबेग सिंह नूं हरमंदर साहिब दे विच बैठे नूं पता सी। क्योंकि कुछ तो पहला वह फौज दे विच रह के दिमाग से जिहड़ा चतर चलाक हो चुकिया सी, ते कुछ अकाल पुरख महाराजियां दे घर दे विच शरण ले ली सी जरनल सुबेग सिंह ने। ते जदों इत्थे कलफू लग्या सी, पहला अमृतसर साहिब दे विच लाया, 3 जून नूं 2 घंटियां वास्ते कलफू दे विच ढिल दित्ती गई है। वो इस वास्ते कि 3 तरीक नूं साहिब श्री गुरु अर्जन देव साहिब जी महाराज का शहीदी दिहाड़ा मनाया जाता सी अमृतसर साहिब। हुण ते थितवार ते तरीकां दे विच काफ़ी तब्दीली आ गई है। 3 तरीक नूं 2 घंटियां वास्ते कलफू दे विच ढिल दित्ती गई सी। उहदे 2 कारण सी कि एक ते सिख जगत नूं इह हो जे कि हाँ ये जिहड़ी सरकार है ये साडे उत्ते वार नहीं करना चाहुंदी, भावें हल्की गोलीबारी चल रही सी। ते दूजा इस मौके दी सरकार नूं इह सी कि 2 घंटियां दी ढिल दे दिओ, ये गुरु अर्जन देव साहिब महाराज का शहीदी दिहाड़ा मनाउण वास्ते उत्थे सारे इकट्ठे होणगे ते सारिआं नूं इकट्ठिआं नूं खत्म कर देवांगे। ये वड्डी चाल सी जिहड़ी भारत सरकार उन्हां टाइमां दे विच चलनी चाहुंदी सी। जिहड़ी चाल सी जिहड़ी जरनल डायर ने चली सी, जिहड़ी चाल जदों हरमंदर साहिब दे विच सारे निहत्थे सिख बैठे सन
ਤੇ 4 ਚਫੇਰਿਆਂ ਤੋਂ ਉਹਨਾਂ ਨੂੰ ਘੇਰਾਬੰਦੀ ਕਰਕੇ ਤੇ ਸਾਰੇ ਦੇ ਸਾਰਿਆਂ ਦੇ ਉੱਪਰ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਹ 2 ਘੰਟਿਆਂ ਦੀ ਢਿੱਲ ਦਿੱਤੀ ਤਾਂ ਕਿ ਸਾਰੇ ਦੇ ਸਾਰੇ ਜਿਹੜੇ ਸਿੱਖ ਜਗਤ ਦੇ ਲੋਕ ਨੇ ਉਹ ਸਾਰੇ ਇੱਥੇ ਹਰਿਮੰਦਰ ਸਾਹਿਬ ਦੇ ਵਿੱਚ ਇਕੱਠੇ ਹੋ ਜਾਣ ਤੇ ਇਹਨਾਂ ਸਾਰੇ ਦੇ ਸਾਰਿਆਂ ਨੂੰ ਇੱਕੋ ਦਮ ਖਤਮ ਕਰ ਦਿੱਤਾ ਜਾਵੇ। ਗੁਰੂ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ 2 ਘੰਟਿਆਂ ਦੇ ਵਿੱਚ ਉੱਥੇ ਪਹੁੰਚੀਆਂ ਨੇ, ਪਰ ਮੌਕੇ ਦੀ ਸਰਕਾਰ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਕਿਉਂ? ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਨਾਮ ਸੁਣਦਿਆਂ ਸੁਣਦਿਆਂ ਭਾਰਤ ਸਰਕਾਰ ਦੀਆਂ ਲੱਤਾਂ ਕੰਬਦੀਆਂ ਸਨ ਕਿ ਜੇ ਹੁਣੇ ਅਟੈਕ ਕੀਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਇਹ ਨਹੀਂ ਪਤਾ ਕਿ ਇਹਨਾਂ ਨੇ ਅੰਦਰੋਂ ਕਿੰਨਾ ਬਰੂਦ ਤੇ ਕਿੰਨਾ ਹਥਿਆਰ ਸੁੱਟਣਾ ਤੇ ਕਿੰਨੀ ਫੌਜ ਦਾ ਨੁਕਸਾਨ ਹੋਣਾ ਹੈ, ਕਿੰਨੀ ਫੌਜ ਦਾ ਨੁਕਸਾਨ ਕਰਨਗੇ। 2 ਘੰਟਿਆਂ ਦੀ ਢਿੱਲ ਦਿੱਤੀ ਗਈ ਤੇ 2 ਘੰਟਿਆਂ ਦੇ ਵਿੱਚ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹਰਿਮੰਦਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਆਪਣਾ ਸੀਸ ਝੁਕਾਇਆ, ਅਕਾਲ ਪੁਰਖ ਮਹਾਰਾਜ ਜੀ ਦੀਆਂ ਪਰਿਕਰਮਾ ਕੀਤੀਆਂ ਨੇ। ਇਸ ਮਨਸੂਬੇ ਦੇ ਵਿੱਚ ਸਰਕਾਰ ਕਾਮਯਾਬ ਨਾ ਹੋਈ। ਫਿਰ ਇਹਨਾਂ ਨੇ 3 ਤਰੀਕ ਤੋਂ ਬਾਅਦ 3, 4 ਅਤੇ 5 ਲਗਾਤਾਰ ਨਿਰੰਤਰ ਹੌਲੀ ਹੌਲੀ ਗੋਲੀਬਾਰੀ ਚੱਲਦੀ ਰਹੀ। ਅੰਦਰ ਬੈਠੇ ਜਰਨਲ ਸਵੇਗ ਸਿੰਘ ਸਾਰੇ ਜਥੇ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਸਭ ਕੁਝ ਦੱਸਦੇ ਰਹੇ ਕਿ ਗੋਲੀਬਾਰੀ ਹਜੇ ਗੋਲੀ ਦਾ ਅਗਾਹਾਂ ਤੋਂ ਜਵਾਬ ਨਹੀਂ ਦੇਣਾ। ਤੇ ਫੌਜ ਵੀ ਇਹਨਾਂ ਨੇ, ਭਾਰਤੀ ਸਰਕਾਰ ਨੇ ਇਹੋ ਜਿਹੀ ਫੌਜ ਲਿਆ ਕੇ ਹਰਿਮੰਦਰ ਸਾਹਿਬ ਦੇ ਵਿੱਚ ਵਾੜੀ ਸੀ ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਸੀ। ਕੁਝ ਕਿਤੇ ਸੀਗੇ ਆਪਣੇ ਵਿੱਚ ਜਿਹੜੇ ਆਪਣੇ ਵਾਲੇ ਸੀ, ਕੁਝ ਤੇ ਸੀ, ਪਰ ਨਾ ਤੇ ਉਹ ਬੋਲੀ ਸਮਝ ਸਕਦੇ ਸਨ ਤੇ ਨਾ ਹੀ ਉਹਨਾਂ ਨੂੰ ਸਿੱਖ ਕੌਮ ਬਾਰੇ ਕੁਝ ਪਤਾ ਸੀ। ਜਿਹੜੀ ਫੌਜ ਇਹਨਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ, ਇਹਨਾਂ ਫੌਜ ਨੇ 1 ਤਰੀਕ ਤੋਂ ਲੈ ਕੇ ਹਰਿਮੰਦਰ ਸਾਹਿਬ ਦੇ ਨੇੜੇ ਤੇੜੇ ਜਿਹੜੀ ਸੀ ਉਹ ਸਾਰੇ ਦੇ ਸਾਰੇ ਘਰ ਖਾਲੀ ਕਰਵਾ ਲਏ, ਆਪਣੀ ਮੋਰਚਾਬੰਦੀ ਕਰ ਲਈ, ਹਲਕੀ ਹਲਕੀ ਗੋਲੀਬਾਰੀ ਕਰਦੇ ਰਹੇ। ਅੰਦਰੋਂ ਉਸ ਗੋਲੀ ਦਾ ਜਵਾਬ ਬਿਲਕੁਲ ਵੀ ਨਹੀਂ ਆਇਆ, ਕਿਉਂਕਿ ਹੋ ਸਕਦਾ ਸੀ ਕਿ ਇਹ ਹਕੂਮਤ ਸਮਝ ਜਾਵੇ, ਪਰ ਹਕੂਮਤ ਮੌਕੇ ਦੀ ਜਿਹਦੇ ਕੋਲ ਸੱਤਾ ਦਾ ਨਸ਼ਾ ਹੋਵੇ, ਇਹ ਨਸ਼ਾ ਕਦੇ ਉਤਰਦਾ ਨਹੀਂ ਹੈ। ਜੋਬਨ ਧਨ ਪਰਪਤੈ ਕੈ ਮਦ ਮੈਂ ਐਨਿਸ ਰਹਿ ਦੀਵਾਨਾ। ਜਿਹਨੂੰ ਇਹ ਨਸ਼ਾ ਚੜ੍ਹ ਗਿਆ ਨਾ, ਇਹ ਉਤਰਦਾ ਨਹੀਂ ਹੈ ਛੇਤੀ ਕਿਤੇ। ਤੋ ਹਲਕੀ ਹਲਕੀ ਸੀ ਜਿਹੜੀ 1 ਤਰੀਕ ਤੋਂ ਮੋਰਚਾਬੰਦੀ ਹੋਈ ਹੈ, 3, 4 ਤਰੀਕ ਤੱਕ ਹਲਕੀ ਹਲਕੀ ਗੋਲੀਬਾਰੀ ਫੌਜ ਕਰਦੀ ਹੈ ਤੇ ਅਗਾਹਾਂ ਤੋਂ ਕੋਈ ਜਵਾਬ ਨਹੀਂ ਮਿਲ ਰਿਹਾ। ਅਗਾਹਾਂ ਜਿਹੜੇ ਫੌਜ ਨੇ ਉਤੋਂ ਹੁਕਮ ਆਉਣਾ ਤੇ ਫਿਰ ਸਿੰਘਾਂ ਨੇ ਗੋਲੀ ਦਾ ਜਵਾਬ ਦੇਣਾ। ਉਹਦੇ ਵਿੱਚ ਬੀਬੀਆਂ ਦਾ ਕੀ ਯੋਗਦਾਨ ਸੀ, ਬੱਚਿਆਂ ਦਾ ਕੀ ਯੋਗਦਾਨ ਸੀ, ਇਹ ਸਭ ਕੁਝ ਆਪਾਂ 2-3 ਦਿਨ ਲਗਾਤਾਰ ਇਸ ਚੀਜ਼ 'ਤੇ ਆਪਾਂ ਚਾਨਣਾ ਪਾਉਂਦੇ ਰਵਾਂਗੇ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਕਿਹਨਾਂ ਦੇ ਵਾਰਸ ਹਾਂ। ਜਿਹੜੀਆਂ ਅੱਜ ਅਸੀਂ ਛੱਤਾਂ ਥੱਲੇ ਬਹਿ ਕੇ ਮੌਜ ਮਾਣਦੇ ਹਾਂ, ਜਿਹੜੇ ਅੱਜ ਸਾਡੇ ਬੱਚੇ ਮੌਜ ਮਾਣਦੇ ਨੇ, ਇਹ ਮੌਜਾਂ ਵਾਸਤੇ ਕਿੱਡੀਆਂ ਵੱਡੀਆਂ ਵੱਡੀਆਂ ਸ਼ਹੀਦੀਆਂ ਜਿਹੜੀਆਂ ਸਾਡੀ ਕੌਮ ਨੂੰ ਦੇਣੀਆਂ ਪਈਆਂ ਨੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ ਹੋ ਗਿਆ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।